ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਥ ਸਰਬ ਦੇਵ ਨਿਜ ਨਿਜ ਭਵਨ ਗਵਨੰ, ਸਾਤਕ ਲੋਕ ਵਿਰੰਚ ਸਹਿਤ, ਯਾਤਰਾ ਨਿਤ ਬੈਕੁੰਠ। ਸ੍ਰੀ ਸਰਬ ਲੋਹ ਭੂਮਨ ਕਥ ਤੇ, ਬਿਸ਼ਨ ਪਾਦ ਸ਼ੰਕਰ ਕਮਲ ਦਲ ਲੋਚਨ। ਕਬ ਬਾਚ ਆਰਤੀ ਪੂਜ ਕਰਿਓ ਜਗ ਬੰਦਨਾ, ਸੁਰਨ ਸੁਰਿੰਦਰ ਚਰਾਚਰ। ਬਿਦਵਤ ਪੂਜ ਆਰਤੀ ਬਿਦਵਤ, ਕੀਨ ਸਕਲ ਪ੍ਰਾਨੀ ਹਰ ਸ਼ੰਕਰ। ਆਰਤੀ ਪੂਜ ਕਰਿਓ ਜਗ ਬੰਦਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਦੇ ਨਾਲ ਆਪਾਂ ਸਾਰੇ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬੈਠ ਕਰਕੇ ਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਲਾਹੇ ਪ੍ਰਾਪਤ ਕਰਦੇ ਪਏ ਹਾਂ। ਮਹਾਰਾਜ ਕਲਗੀਧਰ ਜੀ ਹਰ ਰੋਜ਼ ਕਿਰਪਾ ਕਰਕੇ ਆਪਣੀ ਪਾਵਨ ਗੁਰਬਾਣੀ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਕਰਕੇ ਨਿਹਾਲੋ ਨਿਹਾਲ ਕਰਦੇ ਹਨ। ਇਹ ਸਤਿਗੁਰੂ ਸਾਹਿਬ ਜੀ ਦੀ ਮਹਾਨ ਕਿਰਪਾ ਹੈ। ਸੋ ਸ੍ਰੀ ਸਰਬਲੋ ਜੀ ਜੰਗ ਨੂੰ ਜਿੱਤ ਕਰਕੇ ਇੰਦਰ ਰਾਜੇ ਨੂੰ ਰਾਜ ਤਿਲਕ ਦੇ ਕਰਕੇ ਸਾਂਤਕ ਲੋਕ ਸੱਚਖੰਡ ਨੂੰ ਜਾਣ ਵਾਸਤੇ ਤਿਆਰ ਹੋਏ ਹਨ। ਉਹ ਜੋ ਕਥਾ ਦਾ ਪ੍ਰਸੰਗ ਹੈ ਆਪ ਸੰਗਤਾਂ ਸਰਵਣ ਕਰਦੀਆਂ ਆ ਰਹੀਆਂ ਹੋ। ਆਓ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰੀਏ। ਧਿਆਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਿਨਾਂ ਦੇ ਚਰਨਾਂ ਕਮਲਾਂ ਦਾ ਧਾਰੀਏ। ਪਿਆਰ ਦੇ ਨਾਲ ਸਰਵਣ ਕਰੀਏ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਅਥ ਸਰਬ ਦੇਵ ਨਿਜ ਨਿਜ ਭਵਨ ਗਵਨੰ। ਮਹਾਰਾਜ ਕਲਗੀਧਰ ਜੀ ਕਹਿੰਦੇ ਹੁਣ ਸਾਰੇ ਜਿਹੜੇ ਦੇਵਤੇ ਨੇ ਉਹ ਆਪੋ ਆਪਣੇ ਘਰਾਂ ਨੂੰ ਗਵਨ ਕਰ ਚੱਲੇ ਹਨ, ਕਿਉਂਕਿ ਜੰਗ ਜਿੱਤ ਲਿਆ ਹੈ। ਇੰਦਰ ਰਾਜੇ ਨੂੰ ਰਾਜ ਤਿਲਕ ਪ੍ਰਾਪਤ ਹੋ ਗਿਆ ਹੈ। ਸਰਬਲੋ ਭਗਵਾਨ ਨੇ ਆਸ਼ੀਰਵਾਦ ਬਖਸ਼ ਦਿੱਤਾ ਹੈ ਕਿ ਤੁਸੀਂ ਆਪੋ ਆਪਣੇ ਘਰਾਂ ਵਿੱਚ ਜਾਓ, ਜਾ ਕੇ ਪ੍ਰਸਥਾਨ ਕਰੋ। ਇੰਦਰ ਨੂੰ ਆਪਣਾ ਰਾਜਾ ਮੰਨਿਓ ਤੇ ਸਦਾ ਹੀ ਧਰਮ ਦੀ ਕਾਰ ਕਰਿਓ। ਹੁਣ ਸਾਰੇ ਦੇਵਤੇ ਆਪੋ ਆਪਣੇ ਘਰਾਂ ਨੂੰ ਜਿਵੇਂ ਜਾਣ ਲੱਗੇ ਹਨ। ਸਾਂਤਕ ਲੋਕ ਵਿਰੰਚ ਸਹਿਤ, ਤੇ ਸਾਂਤਕ ਲੋਕ ਕਹਿੰਦੇ ਨੇ ਸੱਚਖੰਡ ਨੂੰ, ਜਿਹੜਾ ਸ਼ਾਂਤੀ ਨੂੰ ਕਰਨ ਵਾਲਾ ਹੈ। ਜਿੱਥੇ ਜਾ ਕਰਕੇ ਮਨ ਸ਼ਾਂਤ ਹੋ ਜਾਵੇ ਉਹ ਸੱਚਖੰਡ ਨੂੰ ਚੱਲੇ ਹਨ ਭਗਵਾਨ ਸਰਬਲੋ ਜੀ। ਤੇ ਵਿਰੰਚ ਬ੍ਰਹਮਾ ਜਿਹੜਾ ਹੈ ਉਹ ਨਾਲ ਭਗਵਾਨ ਨੂੰ ਛੱਡਣ ਚੱਲਿਆ ਹੈ ਸਤਕਾਰ ਵਜੋਂ। ਬ੍ਰਹਮੇ ਦੇ ਸਹਿਤ ਸਾਤਕ ਲੋਕ ਸੱਚਖੰਡ ਨੂੰ ਯਾਤਰਾ ਨਿਤ ਬੈਕੁੰਠ, ਯਾਤਰਾ ਪ੍ਰਾਰੰਭ ਕੀਤੀ ਹੈ। ਯਾਤਰਾ ਨਿਤਯ ਬੈਕੁੰਠ, ਨਿਤ ਕਹਿੰਦੇ ਸਦਾ ਲਈ ਬੈਕੁੰਠ ਧਾਮ ਦੇ ਵਿੱਚ ਜਾਣ ਦੀ ਯਾਤਰਾ ਪ੍ਰਾਰੰਭ ਕੀਤੀ ਹੈ। ਸ਼੍ਰੀ ਸਰਬਲੋ ਭੂਮਨ, ਜਿਹੜੇ ਸ਼੍ਰੀ ਸਰਬਲੋ ਭਗਵਾਨ ਰਾਜੇ ਹਨ, ਉਹ ਪ੍ਰਸੰਗ ਹੁਣ ਮੈਂ ਕਥਨ ਕਰਨ ਲੱਗਾ ਹਾਂ। ਇੱਥੇ ਗੁਰੂ ਖਾਲਸਾ ਜੀ ਦੋ ਡੰਡੇ ਹਨ। ਸ਼ੰਕਰ ਰਾਗ ਵਿੱਚ ਮਹਾਰਾਜ ਬਿਸ਼ਨ ਪਦਾ ਉਚਾਰਨ ਕਰਦੇ ਪਏ ਨੇ। ਕਮਲ ਦਲ ਲੋਚਨ, ਗੁਰੂ ਖਾਲਸਾ ਜੀ ਹਰਨਾਮਦਾਸ ਉਦਾਸੀਨ ਮਹਾਂਪੁਰਖਾਂ ਨੇ ਕਮਲ ਦਲ ਲੋਚਨ, ਉਹ ਕਹਿੰਦੇ ਨੇ ਵੀ ਇਹ ਕਮਲ ਰੰਜਨੀ ਰਾਗ ਦਾ ਨਾਮ ਮਹਾਰਾਜ ਨੇ ਲਿਖਿਆ ਹੈ। ਅਤੇ ਇਹ ਜੋ ਰੰਜਨੀ ਕਮਲ ਰੰਜਨੀ ਰਾਗ ਹੈ, ਇਹਨੂੰ ਸ਼ੰਕਰ ਦੇ ਨਾਲ ਮਿਲਾ ਕਰਕੇ ਗਾਇਨ ਕਰਨਾ ਹੈ। ਐਸਾ ਮਹਾਰਾਜ ਨੇ ਵਿਧਾਨ ਬੱਧਾ ਹੈ। ਕਮਲ ਦਲ ਗੁਰੂ ਖਾਲਸਾ ਜੀ ਕਵਲ ਦੀਆਂ ਪੱਤੀਆਂ ਵਰਗੇ ਲੋਚਨ ਮੈਨੇ ਨੇਤਰ, ਕਿਹਦੇ ਨੇ ਸਰਬਲੋ ਭਗਵਾਨ ਦੇ।
ਸਰਬਲੋ ਭਗਵਾਨ ਨੇ ਕਮਲਾਂ ਵਰਗੇ ਨੇਤਰਾਂ ਦੇ ਨਾਲ ਸਾਰਿਆਂ ਉੱਪਰ ਦਇਆ ਕੀਤੀ ਹੈ। ਐਸਾ ਪ੍ਰਸੰਗ ਜੋ ਅੱਗੇ ਆਵੇਗਾ, ਸ਼ੰਕਰ ਰਾਗ ਦੇ ਵਿੱਚ ਬਿਸ਼ਨ ਪਦਾ ਉਚਾਰ ਕੇ ਮਹਾਰਾਜ ਕਿਰਪਾ ਕਰਦੇ ਪਏ ਨੇ। ਕਿਉਂਕਿ ਗੁਰੂ ਖਾਲਸਾ ਜੀ ਇਹ ਜਿਹੜੇ ਮਹਾਰਾਜ ਸਾਹਿਬ ਜੀ ਨੇ ਲਿਖੇ ਹਨ, ਕਮਲ ਦਲ ਲੋਚਨ ਸਹਿਸ ਲੋਚਨ, ਇਹ ਗੁਰੂ ਖਾਲਸਾ ਜੀ ਮਨੋਵਿਗਿਆਨਕ ਮਹਾਰਾਜ ਦੇ ਸਿਰਲੇਖ ਨੇ। ਇਹ ਸਤਿਗੁਰਾਂ ਦੇ ਗੁੱਝੇ ਭੇਦਾਂ ਨੂੰ ਸਤਿਗੁਰੂ ਹੀ ਸਮਝ ਸਕਦੇ ਨੇ ਜਾਂ ਸਤਿਗੁਰੂ ਦੇ ਪਿਆਰੇ ਸਮਝ ਸਕਦੇ ਹਨ। ਇਹਨਾਂ ਦਾ ਕਿਸੇ ਰਾਗ ਦੇ ਨਾਲ ਸੰਬੰਧ ਨਹੀਂ ਜਾਪਦਾ। ਇਹ ਸਵਾਮੀ ਹਰਨਾਮਦਾਸ ਨੇ ਵੀ ਗੱਲ ਮੰਨੀ ਹੈ। ਸੋ ਮਹਾਰਾਜ ਸਾਹਿਬ ਜੀ ਕਮਲ ਦਲ ਲੋਚਨ ਕਹਿੰਦੇ ਹੈ ਵੀ ਕਮਲਾਂ ਵਰਗੇ, ਕਮਲ ਦੀਆਂ ਪੱਤੀਆਂ ਵਰਗੇ ਜਿਹੜੇ ਨੇਤਰ ਨੇ, ਉਹਨਾਂ ਨਾਲ ਜਿਹੜੀ ਕਿਰਪਾ ਭਰੀ ਦ੍ਰਿਸ਼ਟੀ ਹੈ। ਕਿਉਂਕਿ ਕਮਲ ਕੋਮਲ ਹੁੰਦਾ ਹੈ, ਤੋ ਕਮਲ ਵਰਗੇ ਲੋਚਨ ਭਾਵ ਨੇਤਰਾਂ ਤੋਂ ਕੋਮਲਤਾ ਹੀ ਵਰਤਨੀ, ਦਇਆ ਵਰਤਨੀ, ਐਸਾ ਭਾਵ ਸੰਪਰਦਾਇ ਗਿਆਨੀ ਕੱਢ ਲੈਂਦੇ ਹਨ। ਸੋ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਪਏ ਹਨ। ਕਬ ਬਾਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕਿਰਪਾ ਕਰਦੇ ਪਏ ਹਨ। ਆਰਤੀ ਪੂਜ ਕਰਿਓ ਜਗ ਬੰਦਨ, ਜੋ ਜਗਤ ਦੇ ਬੰਧਨ ਕਹੀਏ ਪੂਜਨੀਕ ਸਰਬਲੋ ਭਗਵਾਨ ਜੀ ਹਨ। ਜਗ ਬੰਧ ਨਾ, ਜਿਨ੍ਹਾਂ ਨੂੰ ਜਗਤ ਦੇ ਵਿੱਚ ਕਿਸੇ ਬੰਧਨ ਦੇ ਵਿੱਚ ਪੈਣ ਦੀ ਲੋੜ ਕੋਈ ਨਹੀਂ ਹੈ, ਜੋ ਸਾਰੇ ਬੰਧਨਾਂ ਤੋਂ ਮੁਕਤ ਹਨ, ਉਹਨਾਂ ਦੀ ਆਰਤੀ ਕਰਨਾ ਕੀਤੀ ਹੈ, ਪੂਜਾ ਕੀਤੀ ਹੈ ਸਾਰੇ ਦੇਵਤਿਆਂ ਨੇ। ਸੁਰਨ ਸੁਰਿੰਦਰ ਚਰਾਚਰ, ਸੁਰਨ ਦੇਵਤੇ ਤੇ ਸੁਰਿੰਦਰ ਇੰਦਰ ਆਦਿਕ ਜਿੰਨੇ ਵੀ ਜੜ ਚੇਤਨ ਜੀਵ ਹਨ। ਵਿਦਵਤ ਪੂਜ ਆਰਤੀ ਵਿਦਵਤ, ਹਾਂ ਕਹਿੰਦੇ ਵੀ ਪੂਜਾ ਵੀ ਵਿਧੀਵਾਤੀ ਕੀਤੀ ਹੈ ਤੇ ਆਰਤੀ ਵੀ ਵਿਧੀਵਾਤੀ ਕੀਤੀ ਹੈ। ਕੋਈ ਵੀ ਕੰਮ ਹੈ ਵਿਧੀ ਵਿੱਚ ਹੋਵੇ ਤੇ ਗੁਰੂ ਖਾਲਸਾ ਜੀ ਉਹ ਪੂਰਨ ਹੁੰਦਾ ਏ। ਜੇ ਵਿਧੀ ਤੋਂ ਬਾਹਰ ਹੋਵੇ ਤੇ ਉਹ ਗੁਰੂ ਖਾਲਸਾ ਜੀ ਬੁਰਾ ਹੁੰਦਾ ਏ। ਮਹਾਰਾਜ ਸਾਹਿਬ ਜੀ ਦੀ ਪਾਵਨ ਆਦਿ ਗੁਰਬਾਣੀ ਵਿੱਚ ਵੀ ਪੂਜਾ ਬਚਨ ਹੈ, ਗੁਰ ਪੂਜਾ ਵਿਧ ਸਹਿਤ ਕਰਨ। ਗੁਰੂ ਦੀ ਪੂਜਾ ਵਿਧੀ ਸਹਿਤ ਹੀ ਕਰਨੀ ਚਾਹੀਦੀ ਹੈ। ਤੇ ਮਹਾਰਾਜ ਕਲਗੀਧਰ ਨੇ ਪਿੱਛੇ ਬਚਨ ਕਹੇ ਹਨ ਕਿ ਜਿਹੜਾ ਆਰਤੀ ਵਿਧੀਵਤ ਕਰਦਾ ਹੈ ਉਹਦੇ ਤੋਂ ਮੈਂ ਬਲਹਾਰ ਜਾਨਾ ਹਾਂ। ਕਰਤ ਆਰਤੀ ਵਿਦਵਤ ਹਰ ਕੀ, ਜਾਤ ਦਰਸ ਬਲਹਾਰੀ। ਉਹਦੇ ਦਰਸ਼ਨਾਂ ਤੋਂ ਮੈਂ ਬਲਹਾਰੇ ਜਾਨਾ ਹਾਂ। ਧਨ ਜਨਮ ਤਿਨ ਕੇ ਹੋ ਗਣਿਅਤ, ਦਰਸ਼ਤ ਦੇਵ ਖਰਾਰੀ। ਜਿਹੜੇ ਪਰਮੇਸ਼ਰ ਦੇ ਦਰਸ਼ਨ ਕਰ ਲੈਂਦੇ ਨੇ ਆਰਤੀ ਪੂਜਾ ਵਗੈਰਾ ਕਰਕੇ, ਉਹਨਾਂ ਦਾ ਧਨ ਜਨਮ ਗਣਿਆ ਜਾਂਦਾ ਹੈ। ਸੋ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਵਿਧੀ ਅਨੁਸਾਰ ਪੂਜਾ ਤੇ ਵਿਧੀ ਅਨੁਸਾਰ ਆਰਤੀ ਕੀਤੀ ਹੈ। ਕੀਨ ਸਕਲ ਪ੍ਰਾਨੀ ਹਰ ਸ਼ੰਕਰ, ਹਰ ਗਈਏ ਵਿਸ਼ਨੂੰ ਤੇ ਸ਼ੰਕਰ ਗਈਏ ਸ਼ਿਵ ਨੇ, ਸਾਰੇ ਪ੍ਰਾਣੀਆਂ ਦੇ ਨਾਲ ਮਿਲ ਕੇ ਕੀਤੀ ਹੈ। ਗੁਰੂ ਖਾਲਸਾ ਜੀ ਵਿਸ਼ਨੂੰ ਵੀ ਸਰਬਲੋ ਦੀ ਆਰਤੀ ਕਰਦਾ ਹੈ। ਇਸ ਲਈ ਵਿਸ਼ਨੂੰ ਦੇ ਜਿਹੜੇ ਮਹਾ ਵਿਸ਼ਨੂੰ ਨੇ ਉਸ ਦੇ ਅਵਤਾਰ ਸਰਬਲੋ ਭਗਵਾਨ ਜੀ ਹੋਏ ਨੇ, ਅਕਾਲ ਪੁਰਖ ਦੇ ਅਵਤਾਰ। ਇਹਨਾਂ ਤੁਕਾਂ ਤੋਂ ਗੁਰੂ ਖਾਲਸਾ ਜੀ ਸਾਨੂੰ ਮਹਾਰਾਜ ਕਲਗੀਧਰ ਜੀ ਦੱਸਦੇ ਜਾ ਰਹੇ ਹਨ। 14 ਭਵਨ ਬਸੁਦਾ ਖੰ ਪੂਜਤ, ਹਾਂ 14 ਭਵਨ ਤੇ ਬਸਦਾ ਮੈਨੇ ਧਰਤੀ ਤੇ ਖੰਗ ਮੈਨੇ ਆਕਾਸ਼ ਆਦਿਕ ਨੇ ਵੀ ਭਗਵਾਨ ਦੀ ਪੂਜਾ ਕੀਤੀ ਹੈ। ਸੇਵਤ ਅਸਤਵਨ ਧਰਣੀ ਧਰ, ਹਾਂ ਧਰਣੀ ਧਰ, ਜੋ ਧਰਤੀ ਨੂੰ ਧਰ ਗਈਏ ਧੁਰਾ ਦੇਣੇ ਵਾਲਾ ਹੈ, ਧਰ ਗਈਏ ਆਸਰਾ ਦੇਣੇ ਵਾਲਾ ਹੈ। ਅਸਤਵਨ ਮੈਨੇ ਉਸ ਦੀ ਉਸਤਤ ਕੀਤੀ ਹੈ, ਉਸ ਦੀ ਸੇਵਤ ਸੇਵਾ ਕੀਤੀ ਹੈ। ਕਰਤ ਅਧੀਨੀ ਦਾਸਤ ਭਾਇਨ, ਹਾਂ ਸਾਰਿਆਂ ਨੇ ਅਧੀਨੀ ਕਰਕੇ ਤੇ ਦਾਸਤਾਈ ਵਾਲਾ ਭਾਇਨ ਭਾਵ ਰੱਖ ਕੇ ਭਗਵਾਨ ਦੀ ਪੂਜਾ ਅਰਚਨਾ ਕੀਤੀ ਹੈ। ਪਾਇਨ ਪਰਤ ਸੁਰਨ ਪਦਮਾਵਰ, ਹਾਂ ਪਦਮਾਵਰ ਲక్ష్ਮੀ ਦੇ ਜਿਹੜੇ ਪਤੀ ਲక్ష్ਮੀ ਨਾਰਾਇਣ ਨੇ, ਉਹਨਾਂ ਦੇ ਚਰਨਾਂ ਦੇ ਵਿੱਚ ਪੈਂਦੇ ਹਨ ਸਾਰੇ ਹੀ ਦੇਵਤੇ। ਸਹਸ ਲੋਚਨ ਲੀਨੋ ਰਿਝਾਏ ਰਮਾ ਪਤ ਸਗਰੇ, ਹਾਂ ਲੀਨੋ ਨੰਨੇ ਨੂੰ ਔਂਕੜ ਥੋੜੀ ਜਿਹੀ ਜਗਾ ਕੇ ਪੜ੍ਹਨੀ ਹੈ। ਅਰਥ ਵੇਲੇ ਪਾਠ ਵੇਲੇ ਭਾਵੇਂ ਲੀਨ ਹੀ ਕਰ ਲਿਆ ਜਾਵੇ। ਸੋ ਕਹਿੰਦੇ ਹੈ ਵੀ ਇਸ ਤਰ੍ਹਾਂ ਜਿਹੜੇ ਲక్ష్ਮੀ ਦੇ ਪਤੀ ਲక్ష్ਮੀ ਨਾਰਾਇਣ ਨੇ, ਜਿਨ੍ਹਾਂ ਨੂੰ ਰਮਾਪਤੀ ਵੀ ਕਹਿੰਦੇ ਨੇ,
ਸਾਰਿਆਂ ਨੇ ਉਹਨਾਂ ਨੂੰ ਪ੍ਰਸੰਨ ਕਰ ਲੈਣਾ ਕੀਤਾ। ਭਗਤ ਸਖਤ ਅਸਤਵਨ ਪੂਜਾ ਕਰ। ਹਾਂ, ਅਸਤਵਨ ਮੈਨੇ ਹੁੰਦੀ ਹੈ ਉਸਤਤ। ਅਸਤਵਨ ਇਸ ਤਰ੍ਹਾਂ ਪਾਠ ਕਰਨਾ ਹੈ। ਅਸਤਵਨ ਮੈਨੇ ਉਸਤਤੀ ਕਰਨੀ, ਪੂਜਾ ਕਰਕੇ ਉਸਤਤ ਕਰਕੇ ਭਗਤੀ ਤੇ ਸ਼ਕਤੀ ਦੇ ਨਾਲ ਪਰਮੇਸ਼ਰ ਦੇ ਗੁਣ ਗਾ ਕੇ। ਕਈਆਂ ਕੋਲ ਗੁਰੂ ਖਾਲਸਾ ਜੀ ਭਗਤੀ ਹੁੰਦੀ ਹੈ, ਉਹ ਭਗਤੀ ਦੇ ਪ੍ਰਤਾਪ ਨਾਲ ਪਰਮੇਸ਼ਰ ਨੂੰ ਪ੍ਰਸੰਨ ਕਰ ਲੈਂਦੇ ਨੇ। ਕਈਆਂ ਕੋਲ ਧਨ ਦੌਲਤ ਦੀ ਸ਼ਕਤੀ ਹੁੰਦੀ ਹੈ, ਉਹ ਦਾਨ ਪੁੰਨ ਕਰਕੇ ਪਰਮੇਸ਼ਰ ਨੂੰ ਪ੍ਰਸੰਨ ਕਰ ਲੈਂਦੇ ਨੇ। ਸੋ ਭਗਤੀ ਤੇ ਸ਼ਕਤੀ ਤੇ ਉਸਤਤ ਕਰਕੇ ਪੂਜਾ ਕਰਕੇ ਪਰਮੇਸ਼ਰ ਨੂੰ ਪ੍ਰਸੰਨ ਕਰ ਲੈਣਾ ਕੀਤਾ। ਜਿਸ ਪਰਮੇਸ਼ਰ ਦੇ ਹਜ਼ਾਰਾਂ ਹੀ ਨੇਤਰ ਹਨ, ਜਾਂ ਹਜ਼ਾਰਾਂ ਦੀਆਂ ਲੋਚਾਂ ਨੂੰ ਜੋ ਪੂਰੀਆਂ ਕਰਨ ਵਾਲਾ ਵਾਹਿਗੁਰੂ ਹੈ, ਉਹਨੂੰ ਪ੍ਰਸੰਨ ਕੀਤਾ ਤੇ ਉਹਨੇ ਹਜ਼ਾਰਾਂ ਦੀਆਂ ਲੋਚਾਂ ਨੂੰ ਪੂਰੀਆਂ ਕਰ ਦੇਣਾ ਕੀਤਾ। ਕਰਤ ਸੰਤੁਸ਼ਟ ਲਖਮੀ ਨਾਰਾਇਣ। ਸੰਤੁਸ਼ਟ ਮੈਨੇ ਪ੍ਰਸੰਨ ਕਰਦਾ ਹੈ ਜੋ ਲਖਮੀ ਦਾ ਨਾਰਾਇਣ ਕਹੀਏ ਪਤੀ ਮਾਲਕ ਹੈ। ਪਾਵਤ ਭੇ ਪਦ ਅਭੈ ਚਰਾਚਰ। ਹਾਂ, ਜਿੰਨੇ ਵੀ ਜੜ ਚੇਤਨ ਸਨ ਉਹਨਾਂ ਨੇ ਪਦ ਅਭੈ ਮੈਨੇ ਅਭੈ ਪਦਵੀ ਨੂੰ ਪ੍ਰਾਪਤ ਕਰਦੇ ਹੋਏ ਸਰਬਲੋ ਦੇ ਦਰਬਾਰ ਵਿੱਚੋਂ ਸਾਰੇ ਹੀ ਉਹਨਾਂ ਨੇ ਅਭੈ ਪਦਵੀ ਪ੍ਰਾਪਤ ਕਰ ਲਈ। ਅਸ਼ਟ ਸਿੱਧ ਰਿੱਧ ਨੌ ਨਿਧੀ। ਹਾਂ, 8 ਸਿੱਧੀਆਂ ਰਿੱਧੀਆਂ ਤੇ 9 ਨਿਧੀਆਂ ਉਹਨਾਂ ਨੂੰ ਪ੍ਰਾਪਤ ਹੋ ਗਈਆਂ। ਸੁਰ ਤਰ ਕਾਮ ਧੇਨ ਸੁਰ ਘਰ ਘਰ। ਹਾਂ, ਸੁਰ ਤਰ ਕਹਿੰਦੇ ਨੇ ਕਲਪ ਬ੍ਰਿਛ ਨੂੰ, ਤੇ ਕਾਮ ਧੇਨ ਗਊ ਹੈ, ਅਤੇ ਸੁਰ ਮੈਨੇ ਦੇਵਤੇ। ਹਰੇਕ ਦੇਵਤੇ ਦੇ ਘਰ ਵਿੱਚ ਕਾਮ ਧੇਨ ਤੇ ਸੁਰ ਤਰ ਦਾ ਬੂਟਾ ਲੱਗ ਗਿਆ। ਕਾਮ ਧੇਨ ਗਊ ਚਲੇ ਗਈ, ਕਲਪ ਬ੍ਰਿਛ ਚਲਿਆ ਗਿਆ। ਇਸ ਤਰ੍ਹਾਂ ਹਜ਼ਾਰਾਂ ਦੀਆਂ ਲੋਚਾਂ ਨੂੰ ਪੂਰੀਆਂ ਕੀਤਾ ਇਹ ਭਗਵਾਨ ਨੇ। ਤਾਂ ਮਹਾਰਾਜ ਨੇ ਉੱਪਰ ਸਰਲੇਖ ਸਹਿਸ ਲੋਚਨ ਲਿਖਿਆ ਹੈ। ਹਰੇਕ ਦੇਵਤੇ ਦੇ ਘਰ ਵਿੱਚ ਕਿਸੇ ਪਦਾਰਥ ਦੀ ਕਮੀ ਨਾ ਰਹੀ। ਇਸ ਦਾ ਭਾਵ ਇਹ ਸਮਝਣਾ ਹੈ। ਕਮਲਾਸਨ ਰੀਜ ਭੂਤਨ ਪ੍ਰਤ। ਹਾਂ, ਭੂਤਨ ਜੀਵਾਂ ਦੇ ਤਾਈਂ ਜਿਹਦਾ ਕਮਲ ਦੇ ਉੱਪਰ ਆਸਨ ਹੈ, ਐਸੇ ਸਰਬਲੋ ਭਗਵਾਨ ਜੀ ਉਹ ਪ੍ਰਸੰਨ ਹੋ ਗਏ। ਦੇਤ ਭਇਓ ਸੁਖ ਸੰਪਤ ਸੁਰ ਨਰ। ਹਾਂ, ਸਾਰਿਆਂ ਨੂੰ ਸੁਖ ਤੇ ਸੰਪਤੀ ਦਿੱਤੀ ਹੈ। ਦੇਵਤਿਆਂ ਨੂੰ ਤੇ ਮਨੁੱਖਾਂ ਦੇ ਤਾਈਂ ਸੁਖ ਸੰਪਤੀ ਦਿੰਦੇ ਹੋਏ ਨੇ। ਗੁਰੂ ਖਾਲਸਾ ਜੀ ਇੱਕ ਬ੍ਰਹਮਾ ਹੈ ਜਿਹਦਾ ਕਵਲ ਦੇ ਉੱਪਰ ਆਸਨ ਹੈ, ਤੇ ਇਸ ਲਈ ਕਵਲਾਸਨ ਦਾ ਅਰਥ ਬ੍ਰਹਮਾ ਵੀ ਕਰ ਲੈਂਦੇ ਨੇ। ਕਈ ਬ੍ਰਹਮੇ ਜਗ ਸਾਜਨ ਲਾਏ, ਕਈ ਬ੍ਰਹਮਿਆਂ ਨੂੰ ਪ੍ਰਗਟ ਕਰਨ ਵਾਲਾ ਜੋ ਮਹਾਂ ਬ੍ਰਹਮਾ ਹੈ। ਤੇ ਇੱਥੇ ਮਹਾਂ ਬ੍ਰਹਮਾ ਸਰਬਲੋ ਦਾ ਅਰਥ ਸਮਝਣਾ ਹੈ। ਕਵਲਾਸਨ ਆਮ ਬ੍ਰਹਮੇ ਦਾ ਅਰਥ ਨਹੀਂ ਸਮਝਣਾ। ਧੰਨ ਭਾਗ ਜੀਵਨ ਕੇ ਗਣਿਤ। ਧੰਨ ਭਾਗ ਗੁਰੂ ਖਾਲਸਾ ਜੀ ਜੀਵਾਂ ਦੇ ਗਣੇ ਜਾਂਦੇ ਹਨ। ਕਿਉ ਪ੍ਰਸਿੰਨ ਮਹਾਪ੍ਰਭ ਨਰਹਰ। ਜਿਨ੍ਹਾਂ ਨੇ ਮਹਾਪ੍ਰਭੂ ਜਿਹੜਾ ਨਰਹਰ ਗੁਰੂ ਖਾਲਸਾ ਜੀ ਨਰ ਰੂਪ ਵੀ ਹੈ ਤੇ ਸ਼ੇਰ ਰੂਪ ਵੀ ਹੈ। ਜਿਹਨੇ ਨਰਸਿੰਘ ਦਾ ਰੂਪ ਧਾਰਿਆ ਸੀ। ਹਰ ਦਾ ਅਰਥ ਸ਼ੇਰ ਹੁੰਦਾ ਹੈ। ਤੋ ਪ੍ਰਭੂ ਭੱਬੇ ਨੂੰ ਔਂਕੜ ਹੈ ਪ੍ਰਭੂ ਦੇ ਅਰਥ ਵਿੱਚ। ਪ੍ਰਸੰਨ ਮੈਨੇ ਪ੍ਰਸੰਨ ਕਰਨਾ ਕੀਤਾ ਹੈ। ਐਸੇ ਜਿਹੜੇ ਮਹਾਰਾਜ ਨੇ, ਐਸੇ ਜਿਹੜੇ ਨਰ ਹਰੀ ਸਰਬਲੋ ਭਗਵਾਨ ਨੇ, ਜਿਨ੍ਹਾਂ ਨੂੰ ਕਈ ਲੱਭਦੇ ਥੱਕ ਗਏ ਪਰ ਉਹ ਲੱਭੇ ਨਹੀਂ। ਐਸੇ ਮਹਾਰਾਜ ਨੂੰ ਪ੍ਰਸੰਨ ਕੀਤਾ ਜਿਨ੍ਹਾਂ ਨੇ ਉਹਨਾਂ ਜੀਵਾਂ ਦੇ ਵੱਡੇ ਭਾਗ ਹਨ। ਰਹਾਉ ਇੱਕ ਤੁਕਾ। ਹਾਂ, ਰਹਾਉ ਗੁਰੂ ਖਾਲਸਾ ਜੀ ਇੱਥੇ ਮਹਾਰਾਜ ਨੇ ਰਹਾਉ ਦਾ ਇੱਕ ਤੁਕ ਲਿਖੀ ਹੈ, ਇਸ ਲਈ ਇਹ ਲਿਖਿਆ ਰਹਾਉ ਇੱਕ ਤੁਕਾ। ਉੱਪਰ ਗੁਰੂ ਖਾਲਸਾ ਜੀ 4 ਤੁਕਾਂ ਆ ਰਹੀਆਂ ਨੇ, ਇਹ ਰਹਾਉ ਦੀ ਇੱਕ ਤੁਕ ਹੈ, ਇਸ ਲਈ ਇਹਨੂੰ ਮਹਾਰਾਜ ਨੇ ਰਹਾਉ ਇੱਕ ਤੁਕਾ ਲਿਖਿਆ। ਇਸ ਪ੍ਰਕਾਰ ਇਹ ਅਰਥ ਸਮਝਣਾ ਹੈ। ਸੋ ਮਹਾਰਾਜ ਸਾਹਿਬ ਜੀ ਨੇ ਬੜੀ ਕਿਰਪਾ ਕੀਤੀ ਹੈ। ਕਮਲਾਸਨ ਰੀਜ ਭੂਤਨ ਪ੍ਰਤ ਦੇਤ ਪਇਓ ਸੁਖ ਸੰਪਤ ਨਰ ਹਰ। ਇਹ ਤੁਕ ਦੇ ਅਰਥ ਸਵਾਮੀ ਹਰਨਾਮਦਾਸ ਨੇ ਏਦਾਂ ਵੀ ਕੀਤੇ ਨੇ। ਲక్ష్ਮੀ ਸਮੇਤ ਜੀਵਾਂ ਦੇਵਤਿਆਂ ਅਤੇ ਮਨੁੱਖਾਂ ਨੂੰ ਪ੍ਰਸੰਨ ਹੋ ਕੇ ਸੁਖ ਸਮਗਰੀ ਦਿੱਤੀ ਹੈ। ਬ੍ਰਹਮਾ ਨੇ ਵੀ ਪ੍ਰਸੰਨ ਹੋ ਕੇ ਦੇਵਤੇ ਮਨੁੱਖ ਅਤੇ ਜੀਵਾਂ ਨੂੰ ਸੁਖ ਸੰਪਤੀ ਦਿੱਤੀ ਹੈ। ਉਹਨਾਂ ਨੇ ਕਮਲਾਸਨ ਦਾ ਅਰਥ ਬ੍ਰਹਮਾ ਗਿਣਿਆ ਹੈ। ਪਰ ਗੁਰੂ ਖਾਲਸਾ ਜੀ ਬ੍ਰਹਮਿਆਂ ਨੂੰ ਇਹ ਪੈਦਾ ਕਰਨ ਵਾਲਾ ਜੋ ਮਹਾਂ ਬ੍ਰਹਮਾ ਸਰਬਲੋ ਹੈ,
ਉਹ ਕਮਲਾਸਨ ਦਾ ਅਰਥ ਸਮਝਣਾ ਹੈ। ਸ਼ੰਕਰ ਮ੍ਰਿਗ ਲੋਚਨ ਮਹਾਰਾਜ ਸਾਹਿਬ ਜੀ ਸ਼ੰਕਰ ਰਾਗ ਵਿੱਚ ਕਿਰਪਾ ਕਰਦੇ ਨੇ। ਮ੍ਰਿਗ ਲੋਚਨ, ਮ੍ਰਿਗ ਕਹਿੰਦੇ ਹਰਨ ਨੂੰ, ਹਰਨ ਦੇ ਨੇਤਰ ਬੜੇ ਸੋਹਣੇ ਹੁੰਦੇ ਨੇ। ਤੋ ਹਰਨ ਵਰਗੇ ਨੇਤਰਾਂ ਵਾਲੇ ਜੋ ਸਰਬਲੋ ਭਗਵਾਨ ਜੀ ਨੇ, ਉਹਨਾਂ ਨੇ ਜਿਵੇਂ ਕਿਰਪਾ ਕਰੀ ਹੈ ਉਹ ਅੱਗੇ ਮਹਾਰਾਜ ਦੱਸਦੇ ਪਏ ਹਨ। ਮਸਤਕ ਹਸਤ ਕਮਲ ਪ੍ਰਭ ਧਾਰੇ। ਹਾਂ, ਪ੍ਰਭੂ ਨੇ ਆਪਣੇ ਜਿਹੜੇ ਹੱਥ ਕਮਲ ਸਨ ਉਹ ਗੁਰੂ ਖਾਲਸਾ ਜੀ ਇੰਦਰ ਦੇ ਮੱਥੇ ਉੱਪਰ ਰੱਖਣਾ ਕੀਤੇ। ਪ੍ਰਭ ਭੱਬੇ ਨੂੰ ਔਂਕੜ ਹੈ। ਬਾਸਵ ਤੋਸ ਕੀਨ ਸਰਬੰ ਵਿਦ। ਹਾਂ, ਸਾਰੀਆਂ ਵਿਧੀਆਂ ਦੇ ਨਾਲ ਬਾਸਵ ਇੰਦਰ ਦੇ ਤਾਈ ਪ੍ਰਸੰਨ ਕਰਨਾ ਕੀਤਾ। ਅਪੈ ਦਾਨ ਭਗਤੀ ਤਹ ਦੀਨੋ। ਤਹ ਮੈਨੇ ਤਿਸ ਨੂੰ ਤੱਤੇ ਨੂੰ ਸਿਹਾਰੀ ਹੈ। ਅਭੈ ਦਾਨ ਇਕੱਠਾ ਹੈ, ਨਾ ਕਿਸੇ ਕੋਲੋਂ ਡਰਨਾ, ਐਸਾ ਅਭੈ ਦਾਨ ਇੰਦਰ ਦੇ ਤਾਈ ਦੇਣਾ ਕੀਤਾ ਹੈ। ਤੇ ਮੈਨੇ ਤਿਸ ਇੰਦਰ ਨੂੰ ਅਭੈ ਦਾਨ ਤੇ ਭਗਤੀ ਦਾ ਦਾਨ ਦਿੱਤਾ ਹੈ। ਸ਼ਕਤੀ ਦਾਨ ਦੀਨ ਪ੍ਰਭ ਨੌ ਨਿਧ। ਹਾਂ, ਸ਼ਕਤੀ ਦਾ ਦਾਨ ਦਿੱਤਾ ਹੈ ਵੀ 9 ਨਿਧੀਆਂ ਤੇ 18 ਸਿੱਧੀਆਂ ਦੀ ਸ਼ਕਤੀ ਦਿੱਤੀ ਹੈ। ਇਹ ਪ੍ਰਭੂ ਨੇ ਸ਼ਕਤੀ ਦਾ ਦਾਨ ਇੰਦਰ ਨੂੰ ਦੇ ਦਿੱਤਾ ਹੈ। ਗਿਆਨ ਵਿਵੇਕ ਬਾਸਵ ਕੋ ਦੀਨੇ। ਹਾਂ, ਉਹਨੂੰ ਗਿਆਨ ਦਿੱਤਾ ਹੈ ਵੀ ਹੰਕਾਰ ਤੋਂ ਬਚ ਕੇ ਰਵੀਂ। ਵਿਵੇਕ ਦਿੱਤਾ ਹੈ ਵੀ ਸੰਸਾਰ ਦੇ ਮੋਹ ਤੋਂ ਬਚ ਕੇ ਰਵੀਂ। ਐਸਾ ਗਿਆਨ ਤੇ ਵਿਵੇਕ ਇੰਦਰ ਨੂੰ ਬਖਸ਼ ਕੇ ਨਿਹਾਲ ਕੀਤਾ ਹੈ। ਕਰ ਕਿਰਪਾ ਬਾਸਵਹਿ ਕਿਰਪਾ ਸਿੰਧ। ਹਾਂ, ਜਿਹੜੇ ਕਿਰਪਾ ਦੇ ਸਮੁੰਦਰ ਸਰਬਲੋ ਭਗਵਾਨ ਜੀ ਨੇ, ਉਹਨਾਂ ਨੇ ਬਾਸਵੈ ਇੰਦਰ ਉੱਪਰ ਐਸੀ ਕਿਰਪਾ ਕੀਤੀ ਹੈ। ਅਰਥ ਧਰਮ ਕਾਮ ਮੋਖ ਦੀਨਿਓ। ਹਾਂ, ਧਰਮ ਅਰਥ ਕਾਮ ਤੇ ਮੋਕਸ਼ ਇਹ 4 ਪਦਾਰਥ ਹਨ। ਇਹ 4ਵੇਂ ਹੀ ਪਦਾਰਥ ਇੰਦਰ ਨੂੰ ਦੇ ਦਿੱਤੇ ਹਨ। ਭਇਓ ਨਿਹਾਲ ਬਾਸਵ ਪ੍ਰਾਪਤ ਨਿਧ। ਬਾਸਵ ਇੰਦਰ ਨਿਹਾਲੋ ਨਿਹਾਲ ਹੋ ਗਿਆ ਤੇ ਉਹਨੂੰ 9 ਨਿਧੀਆਂ ਤੇ 18 ਸਿੱਧੀਆਂ ਪ੍ਰਾਪਤ ਹੋ ਗਈਆਂ ਨੇ। ਮਰਾਲ ਲੋਚਨ। ਮਰਾਲ ਗੁਰੂ ਖਾਲਸਾ ਜੀ ਹੰਸ ਨੂੰ ਕਹਿੰਦੇ ਨੇ ਤੇ ਲੋਚਨ ਨਾਮ ਗੁਰੂ ਖਾਲਸਾ ਜੀ ਨੇਤਰਾਂ ਦਾ ਹੈ। ਤੋ ਮਰਾਲ ਦਾ ਕੰਮ ਹੁੰਦਾ ਹੈ ਵੀ ਉਹ ਦੁੱਧ ਦੇ ਵਿੱਚ ਗੁਰੂ ਖਾਲਸਾ ਜੀ ਚੁੰਝ ਮਾਰੇ ਦੁੱਧ ਖਾ ਲੈਂਦਾ ਹੈ, ਦੁੱਧ ਦੀਆਂ ਬੋਟੀਆਂ ਨੂੰ ਚੁਗ ਲੈਂਦਾ ਹੈ ਤੇ ਪਾਣੀ ਨੂੰ ਤਿਆਗ ਦਿੰਦਾ ਹੈ। ਤੋ ਐਸਾ ਹੀ ਗੁਰੂ ਖਾਲਸਾ ਜੀ ਇਹ ਗੁਰਮੁਖਾਂ ਦਾ ਸੁਭਾਅ ਵੀ ਹੁੰਦਾ ਹੈ। ਸੋ ਇਸ ਪ੍ਰਸੰਗ ਦੇ ਨਾਲ ਮਰਾਲ ਲੋਚਨ ਦਾ ਕੀ ਸੰਬੰਧ ਹੈ? ਜਿਵੇਂ ਮਰਾਲ ਗੁਰੂ ਖਾਲਸਾ ਜੀ ਵੱਖੋ ਵੱਖਰਾ ਕਰ ਲੈਂਦਾ ਹੈ ਨਾ ਦੁੱਧ ਤੇ ਪਾਣੀ ਨੂੰ, ਇਦਾਂ ਹੀ ਵੱਖੋ ਵੱਖਰਾ ਵਰਦਾਨ ਜੀਵਾਂ ਦੇ ਤਾਈਂ ਭਗਵਾਨ ਨੇ ਦਿੱਤਾ ਹੈ। ਲੋਚਨ ਕਹੀਏ ਆਪਣੀ ਦ੍ਰਿਸ਼ਟੀ ਦੇ ਦੁਆਰਾ। ਐਸਾ ਪ੍ਰਸੰਗ ਅੱਗੇ ਜੁੜੇਗਾ। ਪ੍ਰਿਥਕ ਪ੍ਰਿਥਕ ਜੀਵਨ ਵਰ ਪਾਏ। ਹਾਂ, ਵੱਖੋ ਵੱਖਰੇ ਵਰਦਾਨ ਗੁਰੂ ਖਾਲਸਾ ਜੀ ਜੀਵਾਂ ਨੇ ਪ੍ਰਾਪਤ ਕੀਤੇ ਹਨ। ਜਿਹੋ ਜਿਹਾ ਜੀਵ ਸੀ ਉਹਨੂੰ ਵੱਖੋ ਵੱਖਰਾ ਵਰਦਾਨ, ਜੈਸਾ ਕਿਸੇ ਦਾ ਦਰਜਾ ਸੀ ਤੈਸਾ ਵਰਦਾਨ ਦੇ ਕੇ ਨਿਹਾਲ ਕੀਤਾ। ਭਗਤ ਸ਼ਕਤ ਅਪੈ ਪਦ ਹਰ ਕੀ। ਹਾਂ, ਜੋ ਹਰੀ ਨੇ ਉਹਨਾਂ ਨੇ ਆਪਣੇ ਖਜ਼ਾਨੇ ਵਿੱਚੋਂ ਆਪਣੀ ਭਗਤੀ ਵੀ ਦਿੱਤੀ ਤੇ ਆਪਣੀ ਸ਼ਕਤੀ ਵੀ ਦਿੱਤੀ ਤੇ ਅਭੈ ਪਦ ਵੀ ਆਪਣੇ ਪਿਆਰਿਆਂ ਨੂੰ ਦੇ ਕੇ ਨਿਹਾਲ ਕੀਤਾ। 4 ਮੁਕਤ ਔਰ 4 ਪਦਾਰਥ। ਹਾਂ, 4 ਮੁਕਤੀਆਂ ਤੇ 4 ਪਦਾਰਥ ਆਪਣੇ ਸੇਵਕਾਂ ਨੂੰ ਬਖਸ਼ ਦੇਣਾ ਕੀਤੇ। ਭਾਉ ਪ੍ਰਾਪਤ ਕਿਰਪਾ ਨਰ ਹਰ ਕੀ। ਭਾਉ ਮੈਨੇ ਹੋਏ ਨੇ ਪ੍ਰਾਪਤ ਕਿਰਪਾ ਨਰ ਹਰ ਕੀ। ਨਰ ਹਰ ਕਹਿੰਦੇ ਸਰਬਲੋ ਭਗਵਾਨ ਦੀ ਕਿਰਪਾ ਦੁਆਰਾ ਸਾਰਿਆਂ ਨੂੰ ਇਹ ਪਦਾਰਥ ਪ੍ਰਾਪਤ ਹੋਏ ਹਨ। ਏ ਪੁਨੀਤ ਪਾਵਨ ਜਨ ਸਗਰੇ। ਹਾਂ, ਪਾਵਨ ਕਹੀਏ ਪਵਿੱਤਰ ਤੇ ਪਵਿੱਤਰ ਤੋਂ ਵੀ ਪੁਨੀਤ ਜਿਹੜੇ ਜਨ ਸਨ ਸਾਰੇ ਉਹ ਹੋ ਗਏ ਜਿਨ੍ਹਾਂ ਨੇ ਭਗਵਾਨ ਦੇ ਦਰਸ਼ਨ ਕਰ ਲਏ। ਕਿਰਪਾ ਦ੍ਰਿਸ਼ਟ ਹੀਰਤ ਸਤਿਗੁਰ ਕੀ। ਹਾਂ, ਕਿਰਪਾ ਦ੍ਰਿਸ਼ਟੀ ਦੁਆਰਾ ਵੇਖਦੇ ਪਏ ਹਨ ਸਤਿਗੁਰੂ ਜੀ। ਸਤਿਗੁਰੂ ਜੀ ਆਪਣੀ ਕਿਰਪਾ ਦ੍ਰਿਸ਼ਟੀ ਦੁਆਰਾ ਜਿਨ੍ਹਾਂ ਵੱਲ ਵੀ ਵੇਖਦੇ ਨੇ ਉਹ ਜਨ ਪਾਵਨ ਕਹੀਏ ਪਵਿੱਤਰ ਤੋਂ ਵੀ ਪਵਿੱਤਰ ਪੁਨੀਤ ਹੋ ਗਏ। ਸਤਿਗੁਰ ਕੀ ਕਿਰਪਾ ਦ੍ਰਿਸ਼ਟ ਹੀਰਤ। ਸਤਿਗੁਰੂ ਜੀ ਕਿਰਪਾ ਦ੍ਰਿਸ਼ਟੀ ਦੇ ਨਾਲ ਹੀਰਤ ਮੈਨੇ ਵੇਖਦੇ ਪਏ ਹਨ। ਕੀ ਗੁਰੂ ਖਾਲਸਾ ਜੀ ਪਿੱਛੇ ਚਾਲ ਪੂਰੇ ਕਰਨ ਨੂੰ ਲੱਗਾ ਹੋਇਆ ਹੈ। ਕਿਰਪਾ ਦ੍ਰਿਸ਼ਟ ਹੀਰਤ ਸਤਿਗੁਰ, ਜਿਹਦੇ ਵੱਲ ਵੀ ਕਿਰਪਾ ਦ੍ਰਿਸ਼ਟ ਕਰਕੇ ਸਤਿਗੁਰੂ ਜੀ ਵੇਖਦੇ ਨੇ। ਜਨ ਪੁਨੀਤ ਪਾਵਨ ਸਗਰੇ ਪੇ,
ਉਹ ਸਾਰੇ ਹੀ ਜਨ ਪਵਿੱਤਰ ਤੋਂ ਪਵਿੱਤਰ ਹੋ ਗਏ। ਇਸ ਤਰੀਕੇ ਨਾਲ ਅਰਥ ਸਮਝਣਾ ਹੈ। ਸਤਿਗੁਰ ਕੀ ਕਿਰਪਾ ਦ੍ਰਿਸ਼ਟ, ਸਤਿਗੁਰੂ ਨੇ ਜਿਹਦੇ ਉੱਪਰ ਕਿਰਪਾ ਦ੍ਰਿਸ਼ਟੀ ਕੀ ਮੈਨੇ ਕੀਤੀ, ਜਿਹਦੇ ਵੱਲ ਹਿਰਤ ਮੈਨੇ ਵੇਖਣਾ ਕੀਤਾ, ਉਹ ਪਾਵਨ ਤੋਂ ਪਵਿੱਤਰ ਹੋ ਗਿਆ। ਭਾਵ ਪਵਿੱਤਰ ਤੋਂ ਪਵਿੱਤਰ ਜਨ ਹੋ ਗਿਆ। ਏਦਾਂ ਸਾਰੇ ਹੀ ਪਵਿੱਤਰ ਤੋਂ ਪਵਿੱਤਰ ਹੋ ਗਏ। ਇਸ ਤਰੀਕੇ ਨਾਲ ਵੀ ਅਰਥ ਦੀ ਲਵੰਤਾ ਜੁੜ ਜਾਂਦੀ ਹੈ। ਗੇ ਬਿਲਾਏ ਕਲਮਲ ਸਗਲੇ ਜਨ, ਮਹਾਰਾਜ ਸਾਹਿਬ ਜੀ ਕਹਿੰਦੇ ਸਾਰੇ ਜਨਾਂ ਦੇ ਜਿਹੜੇ ਕਲਮਲ ਪਾਪ ਹਨ, ਬਲਾਏ ਖਤਮ ਹੋ ਕੇ ਤਨ ਨੂੰ ਛੱਡ ਕਰਕੇ ਗੇ ਮੈਨੇ ਚਲੇ ਗਏ। ਬੀੜਾਂ ਵਿੱਚ ਗਇਓ ਪਾਠ ਵੀ ਆਉਂਦਾ ਹੈ। ਭਉ ਪ੍ਰਾਪਤ ਦੀ ਜਗ੍ਹਾ ਤੇ ਭਇਓ ਪ੍ਰਾਪਤ ਪਾਠ ਵੀ ਬੀੜਾਂ ਵਿੱਚ ਆਇਆ ਹੈ। ਬਿਗਸਤ ਭੇ ਮੁਖ ਕੰਜ ਦਿਨ ਕਰ ਕੀ, ਹਾਂ, ਜਿਵੇਂ ਦਿਨ ਕਰ ਕਹੀਏ ਸੂਰਜ ਦੀ ਪ੍ਰਭਾ ਹੁੰਦੀ ਹੈ, ਇਸੇ ਤਰੀਕੇ ਨਾਲ ਜਿਹੜੇ ਮੁਖੜੇ ਸਨ ਉਹ ਕਬਲ ਵਾਂਗੂ ਖਿੜੇ ਹੋਏ ਹੋ ਗਏ ਹਨ ਸਾਰਿਆਂ ਦੇ। ਮਕਰ ਲੋਚਨ ਮਕਰ ਗੁਰੂ ਖਾਲਸਾ ਜੀ ਮਗਰਮੱਛ ਨੂੰ ਕਹਿੰਦੇ ਹਨ। ਮਗਰਮੱਛ ਗੁਰੂ ਖਾਲਸਾ ਜੀ ਬੜਾ ਸਾਹਸੀ ਹੁੰਦਾ ਹੈ। ਉਹਨੂੰ ਗੁਰੂ ਖਾਲਸਾ ਜੀ ਪਾਣੀ ਦਾ ਰਾਜਾ ਮੰਨਿਆ ਜਾਂਦਾ ਹੈ। ਜਿਹਦੇ ਉਹ ਪਿੱਛੇ ਪੈ ਜਾਵੇ ਉਹਦਾ ਉਹ ਸੰਗ ਨਹੀਂ ਛੱਡਦਾ, ਉਹਨੂੰ ਮਾਰ ਕੇ ਫਨਾਹ ਕਰ ਦਿੰਦਾ ਹੈ। ਤੋ ਮਗਰਮੱਛ ਤੋਂ ਲੈਣਾ ਹੈ ਸਾਹਸ। ਲੋਚਨ ਗਈ ਨੇਤਰਾਂ ਦੁਆਰਾ ਕਿਰਪਾ ਕਰਕੇ ਸਰਬਲੋ ਭਗਵਾਨ ਨੇ ਦੇਵਤਿਆਂ ਨੂੰ ਸਾਹਸ ਬਖਸ਼ਿਆ ਹੈ। ਐਸਾ ਅੱਗੇ ਪ੍ਰਸੰਗ ਆਵੇਗਾ। ਤੇਜ ਪ੍ਰਤਾਪ ਸ਼ਬ ਉੱਤਮ ਕ੍ਰਾਂਤੀ, ਹਾਂ, ਤੇਜ ਪ੍ਰਤਾਪ ਦਿੱਤਾ ਹੈ, ਤੇਜ ਦਿੱਤਾ ਹੈ, ਪ੍ਰਤਾਪ ਦਿੱਤਾ ਹੈ, ਸ਼ੋਭਾ ਦਿੱਤੀ ਹੈ, ਉੱਤਮ ਕ੍ਰਾਂਤੀ ਮੈਨੇ ਗੁਰੂ ਖਾਲਸਾ ਜੀ ਪ੍ਰਭਤਾ ਦਾ ਹੈ। ਉੱਤਮ ਪ੍ਰਭਤਾ ਵਡਿਆਈ ਬਖਸ਼ ਕੇ ਨਿਹਾਲ ਕੀਤਾ ਹੈ। ਭਏ ਉਦੋਤ ਭਾਨ ਸ਼ਬ ਤਨ ਕੀ, ਹਾਂ, ਕਹਿੰਦੇ ਇਸ ਤਰੀਕੇ ਨਾਲ ਤਨਾਂ ਦੀ ਸ਼ੋਭਾ ਬਣ ਗਈ। ਮਾਨੋ ਵੀ ਚੜ੍ਹਦਾ ਹੋਇਆ ਸੂਰਜ ਚੜ੍ਹ ਰਿਹਾ ਹੈ। ਚੜ੍ਹਦੇ ਹੋਏ ਸੂਰਜ ਵਰਗੀ ਗੁਰੂ ਖਾਲਸਾ ਜੀ ਸਰੀਰਾਂ ਦੀ ਸ਼ੋਭਾ ਬਣ ਗਈ। ਨੌ ਨਵੇਂ ਸਰੀਰ ਸਾਰੇ ਦੇਵਤਿਆਂ ਦੇ ਹੋ ਗਏ। ਵਿਜੈ ਪਰਾਕਰਮ ਬੀਰਜ ਸਬਾਈ ਸਾਰਿਆਂ ਵਿੱਚ ਜਿੱਤ ਹੋਣੇ ਕਰਕੇ ਪਰਾਕਰਮ ਬਲ ਵੀ ਆ ਗਿਆ। ਅਤੇ ਬੀਰਜ ਕਹੀਏ ਗੁਰੂ ਖਾਲਸਾ ਜੀ ਸੱਤਾ ਵੀ ਵੱਧ ਗਈ ਸਰੀਰਾਂ ਵਿੱਚ। ਤੇ ਵਿਜੈ ਜਿੱਤ ਜਾਣਾ ਹੈ ਐਸਾ ਹੌਸਲਾ ਵੀ ਉਹਨਾਂ ਦੇ ਵਿੱਚ ਵੱਧ ਗਿਆ। ਬਲ ਪਾਰਖ ਹੀ ਸਾਹਸ ਜਨ ਕੀ, ਹਾਂ, ਕਹਿੰਦੇ ਜਨਾਂ ਦੇ ਹਿਰਦਿਆਂ ਦੇ ਵਿੱਚ ਸਾਹਸ ਵੱਧ ਗਿਆ। ਕੀ ਮੈਨੇ ਦੇ ਜਨਾਂ ਦੇ ਹਿਰਦਿਆਂ ਵਿੱਚ ਸਾਹਸ ਵੱਧ ਗਿਆ। ਤਨ ਵਿੱਚ ਬਲ ਆ ਗਿਆ, ਮਨ ਵਿੱਚ ਬਲ ਆ ਗਿਆ। ਬਿਰਧ ਭਈ ਆਜੂ ਅਰ ਲਖਮੀ, ਸਾਰਿਆਂ ਦੇ ਕੋਲ ਕਹਿੰਦੇ ਉਮਰ ਤੇ ਧਨ ਦੌਲਤ ਦਾ ਕੋਈ ਵਾਰ ਪਾਰ ਹੀ ਨਾ ਰਿਹਾ। ਇਹ ਸਾਰੇ ਹੀ ਪਦਾਰਥ ਵੱਧ ਗਏ। ਸੋਭਾ ਸੀਲ ਦੁੱਤ ਕ੍ਰਾਂਤ ਬਦਨ ਕੀ, ਸਾਰਿਆਂ ਦੇ ਚਿਹਰੇ ਉੱਪਰ ਕਹਿੰਦੇ ਆ ਕ੍ਰਾਂਤੀ ਆ ਗਈ। ਦੁੱਤ ਸ਼ੋਭਾ ਤੇ ਸੀਲ ਨਾਮ ਗੁਰੂ ਖਾਲਸਾ ਜੀ ਠੰਡਕ ਦਾ ਹੈ। ਕਹਿੰਦੇ ਐ ਵੀ ਬਦਨ ਮੈਨੇ ਗੁਰੂ ਖਾਲਸਾ ਜੀ ਸਰੀਰ ਵੀ ਹੁੰਦਾ ਹੈ। ਸਰੀਰ ਦੀ ਜਿਹੜੀ ਕ੍ਰਾਂਤੀ ਹੈ, ਉਸ ਦੀ ਜਿਹੜੀ ਦੁੱਤ ਸ਼ੋਭਾ ਹੈ ਉਹ ਬਹੁਤ ਵੱਧ ਗਈ। ਮਨ ਦੀ ਜਿਹੜੀ ਸ਼ੋਭਾ ਹੈ ਜਾਂ ਗੁਰੂ ਖਾਲਸਾ ਜੀ ਗੁਣਾਂ ਦੀ ਸ਼ੋਭਾ ਵੱਧ ਗਈ। ਮਨ ਠੰਡਾ ਹੋ ਗਿਆ। ਤਨ ਦੀ ਸ਼ੋਭਾ ਵੀ ਵੱਧ ਗਈ ਤੇ ਬਦਨ ਚਿਹਰੇ ਦੀ ਜਿਹੜੀ ਕ੍ਰਾਂਤੀ ਸੀ ਉਹ ਵੀ ਭਰਪੂਰ ਹੋ ਗਈ। ਇਸ ਤਰੀਕੇ ਨਾਲ ਅਰਥ ਸਮਝ ਲੈਣਾ। ਸਭ ਪ੍ਰਤਾਪ ਸਰਬ ਲੋਹ ਮਹਾਸ਼ਯ, ਹਾਂ, ਸਾਰਾ ਹੀ ਇਹ ਸਰਬਲੋ ਮਹਾਰਾਜ ਦਾ ਪ੍ਰਤਾਪ ਹੈ। ਜਿਹੜੇ ਮਹਾਸ਼ਯ ਵੱਡੇ ਜਸ ਵਾਲੇ ਹਨ, ਉੱਤਮ ਜਸ ਵਾਲੇ, ਉੱਤਮ ਸਮਰਿੱਧੀ ਵਾਲੇ ਅਕਾਲ ਪੁਰਖ ਪਰਮੇਸ਼ਰ ਜੀ ਉਦਾਰ ਚਿਤ ਦਾਤੇ ਹਨ। ਉਦਿਤ ਭਈ ਕੀਰਤ ਹਰ ਜਨ ਕੀ, ਇਸ ਤਰ੍ਹਾਂ ਹਰੀ ਜਨਾਂ ਦੀ ਜਿਹੜੀ ਕੀਰਤੀ ਹੈ ਉਦਿਤ ਮੈਨੇ ਪ੍ਰਗਟ ਹੋ ਗਈ। ਗੁਰੂ ਖਾਲਸਾ ਜੀ ਕੋਈ ਵਾਰ ਪਾਰ ਨਾ ਰਿਹਾ। ਐਸੀ ਕਿਰਪਾ ਹੋਈ, ਐਸੀ ਦਇਆ ਹੋਈ। ਇੰਨੀ ਗੁਰੂ ਖਾਲਸਾ ਜੀ ਕਥਾ ਮਹਾਰਾਜ ਨੇ ਬਖਸ਼ ਕੇ ਨਿਹਾਲ ਕਰਤਾਰਥ ਕੀਤਾ ਹੈ। ਸਮਾਂ ਨਹੀਂ ਅੱਗੇ ਜਾਣ ਦਾ ਤੇ ਮਨ ਚਾਹੁੰਦਾ ਹੈ ਵੀ ਜਿਹੜਾ ਕਲੰਕੇ ਦਾ ਪ੍ਰਸੰਗ ਹੈ ਉਹ ਵੀ ਆਪ ਸੰਗਤਾਂ ਨੂੰ ਖੋਲ ਕੇ ਸਰਵਣ ਕਰਵਾਈਏ। ਪਰ ਗੁਰੂ ਖਾਲਸਾ ਜੀ ਅੱਗੇ ਜਾਣੇ ਆ ਤੇ ਸਮਾਂ ਥੋੜਾ ਹੈ ਤੇ ਇੱਥੇ ਰੁਕਦੇ ਆ ਤੇ ਕਥਾ ਥੋੜੀ ਹੋਈ ਹੈ ਤੇ ਅੱਗੇ ਜਾਵਾਂਗੇ ਤੇ ਪ੍ਰਸੰਗ ਜਲਦੀ ਪੂਰਾ ਨਹੀਂ ਹੋਵੇਗਾ। ਇਸ ਲਈ ਇੱਥੇ ਹੀ ਕਥਾ ਦੀ ਸਮਾਪਤੀ ਕਰ ਦੇਣੀ ਯੋਗ ਹੈ। ਅਗਲੇ ਗੁਰੂ ਖਾਲਸਾ ਜੀ ਦੀਵਾਨਾਂ ਵਿੱਚ
ਜਿਹੜਾ ਸਰਬਲੋ ਗ੍ਰੰਥ ਦਾ ਸਿਧਾਂਤ ਹੈ ਉਹ ਆਪਾਂ ਖੋਲ ਵਿਚਾਰ ਕੇ ਕਰਾਂਗੇ। ਨਾਲੇ ਸਾਡੇ ਸਤਿਕਾਰਯੋਗ ਭਾਈ ਸੁਰਜੀਤ ਸਿੰਘ ਜੀ, ਇਹਨਾਂ ਨੇ ਠੰਡਾ ਜੂਸ ਪੀ ਲਿਆ ਹੈ ਤੇ ਇਹਨਾਂ ਦਾ ਵੀ ਗਲਾ ਕੁਝ ਬੈਠ ਗਿਆ ਹੈ। ਇਸ ਵਾਸਤੇ ਸਾਨੂੰ ਇਹਨਾਂ ਦਾ ਵੀ ਖਿਆਲ ਰੱਖਣਾ ਪੈਣਾ ਹੈ ਤੇ ਇਹਨਾਂ ਦਾ ਗਲਾ ਕੰਮ ਕਰੇਗਾ ਤੇ ਤਾਂ ਹੀ ਕਥਾ ਚੱਲੇਗੀ ਨਾ ਅੱਗੇ। ਇਸ ਲਈ ਇੱਥੇ ਹੀ ਕਥਾ ਦੀ ਸਮਾਪਤੀ ਹੈ। ਬ੍ਰਿਧ ਭਈ ਆਜੂ ਅਰ ਲਖਮੀ, ਸੋਭਾ ਸੀਲ ਦੁੱਤ ਕ੍ਰਾਂਤ ਬਦਨ ਕੀ, ਸਭ ਪ੍ਰਤਾਪ ਸਰਬ ਲੋ ਮਹਾਸੈ, ਉਦਤ ਭਈ ਕੀਰਤ ਹਰ ਜਨ ਕੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।